ਵਾਹਿਗੁਰੂ ਸਾਹਿਬ ਜੀਓ। ਸੁਣੇ ਈਸ਼ਰ ਬਰਮਾ ਇੰਦ, ਸੁਣੇ ਮੁਖ ਸਲਾਹਨ ਮੰਦ, ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਪਾਵਨ ਜਪ ਬਾਣੀ ਦੀ ਵਿਚਾਰ ਆਪ ਜੀ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਸਾਧ ਸੰਗਤ ਬੜੇ ਪਿਆਰ ਬੜੀ ਇਕਾਗਰਤਾ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਰਵਨ ਕਰ ਰਹੇ ਸੋ। ਆਓ ਸਤਿਗੁਰਾਂ ਨੇ ਜੋ ਇਹ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ, गुरु की गोद सतगुरु की पावन हजूरी सतगुरां ने बख्शिश की है। अपनी सुरत नूं गुरु दे शब्द दे नाल जोड़िए ताकि इस अमोलक समय नूं सच विच अमोलक बना सकीए। आओ बड़े प्यार नाल गुरु बख्शी फतेह प्रवान करो। इन्हां अमृत बचनां दी विचार तो पहला देव असीस जी। वाहिगुरु जी का खालसा, वाहिगुरु जी की फतेह। धन धन गुरु ग्रंथ ਸਾਹਿਬ ਪਾਤਸ਼ਾਹ जी सतगुरां दी अमृतमई बाणी दे अंदर साहिब श्री गुरु नानक देव पातशाह जी दे अमृत रसना तो उचारण कीते ये अमृत बचन विचार अधीन 9वीं पौड़ी आप जी ने बड़े प्यार नाल सरवण कीती है। साध संगत इन्हां 4 पौड़ियां दे अंदर कल भी जिवें जिक्र कीता सी, सतगुरु ने सुनन वालियां दे जीवन दे अंदर दी तब्दीली दा जिक्र कीता है कि जिहड़े परमात्मा दे नाम नूं सुनदे ने, तुर अंदर गुरु दे उपदेश नूं सुनदे ने, जिन्हां दा सुनिया होया उन्हां दे हिरदे घर विच निवास कर जांदा है। उन्हां मनुखां दे जीवन दे अंदर की तब्दीली आउंदी है। और इन्हां पंक्तियां नूं जिथे आपां कल दी विचार संकोची सी, जरूर नाल नाल चेते रखिया जे भी नानक भगतां सदा विकास। विकास का आखिरी अर्थ है खेड़ा। इस हिंदी दे विकास शब्द तो जिहड़ा है उनका तदभव रूप है, इनका मतलब है खेड़ा। पंजाबी का सीधा जिहा शब्द है ते खेड़े शब्द नूं असीं संसारिक खुशी दे नाल नाप तोल के नहीं वेख सकते। खेड़ा वो आत्मक आनंद है जिस अवस्था दे विच दुनिया दे सारे जिन्ने भी मान अपमान हरख सोग खुशी गमी ये सब चीज़ां जिहड़ियां ने वो एक बराबर हो जांदियां ने। जिन्हों गुरु तेग बहादुर साहब जी कहते ने, जो नर दुख में दुख नहीं माने, सुख स्नेह अर भै नहीं जाके कंचन माटी माने।
ਪਾਤਸ਼ਾਹ ਕਹਿੰਦੇ ਨੇ ਇਹ ਉਹ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਸੁੱਖ ਦੇ ਵਿੱਚ ਬੰਦਾ ਮੋਹ ਵਸ ਹੋ ਕੇ ਉਹਦੇ ਮੋਹ ਵਿੱਚ, ਉਹਦੇ ਸਨੇ ਵਿੱਚ ਆਪਣੇ ਅਸਲੇ ਨੂੰ ਨਹੀਂ ਭੁੱਲਦਾ ਤੇ ਦੁੱਖ ਆਣ ਤੇ ਆਪਣੇ ਮਾਲਕ ਦੇ ਸਾਹਮਣੇ ਗਿਲੇ ਕਰਕੇ ਪ੍ਰਮਾਤਮਾ ਦੀ ਰਜ਼ਾ ਭਾਣੇ ਤੋਂ ਨਹੀਂ ਟੁੱਟਦਾ। ਇਹ ਉਹ ਅਵਸਥਾ ਹੈ ਜਿਹਨੂੰ ਸਤਿਗੁਰ ਨੇ ਬਾਣੀ ਵਿੱਚ ਵਿਗਾਸ ਕੀਏ। ਔਰ ਪਾਤਸ਼ਾਹ ਕਹਿੰਦੇ ਨੇ ਇਹ ਵਿਗਾਸ ਭਗਤਾਂ ਦੇ ਮਨ ਵਿੱਚ ਸਦਾ ਹੈ। ਇੱਕ ਗੱਲ ਹੋਰ ਚੇਤੇ ਰੱਖਿਆ ਜੇ ਸਾਧ ਸੰਗਤ, ਭਗਤ ਦੀ ਡੈਫੀਨੇਸ਼ਨ ਸਤਿਗੁਰ ਨੇ ਬਾਣੀ ਵਿੱਚ ਹੀ ਦਿੱਤੀ ਹੈ। ਭਗਤ ਉਹ ਨਹੀਂ ਜਿਨੇ ਆਪਣੇ ਤਨ ਤੇ ਕੋਈ ਧਰਮ ਦਾ ਵੱਖਰਾ ਭੇਖ ਪਾਇਆ। ਅਸਲ ਵਿੱਚ ਸਾਡਾ ਜਿਹੜਾ ਵੇਖਣ ਦਾ ਨਜ਼ਰੀਆ ਉਹ ਸਿਰਫ ਬਾਹਰੀ ਤੌਰ ਤੇ ਹੈ। ਅਸੀਂ ਕਿਸੇ ਇਨਸਾਨ ਦੇ ਭੇਖ ਨੂੰ ਦੇਖ ਕੇ ਪ੍ਰਭਾਵਿਤ ਜ਼ਰੂਰ ਹੁੰਦੇ ਹਾਂ, ਪਰ ਸਤਿਗੁਰ ਕਹਿੰਦੇ ਨੇ ਧਰਮ ਭੇਖ ਜਾਂ ਪਹਿਰਾਵੇ ਦਾ ਨਾਮ ਨਹੀਂ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਪ ਸਮਝਦੇ ਹੋ, ਸੁਣਦੇ ਵੀ ਬੜੀ ਵਾਰੀ ਹੋਵੋਗੇ। ਆਪ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਭ ਕਹਿੰਦੇ ਨੇ ਵੇਸ਼ੀ ਸ਼ੋਹ ਨਾ ਪਾਈਆ ਕਰ ਕਰ ਵੇਸ਼ ਰਹੀ। ਸਤਿਗੁਰ ਮੈਂ ਬੜੇ ਭੇਖ ਬਦਲ ਕੇ ਵੇਖ ਲਏ, ਪਰ ਇਹਨਾਂ ਭੇਖਾਂ ਦੇ ਨਾਲ ਮੈਨੂੰ ਪਰਮਾਤਮਾ ਦੇ ਘਰ ਦੀ ਸੋਝੀ ਪ੍ਰਾਪਤ ਨਹੀਂ ਹੋਈ, ਕਿਉਂਕਿ ਪਹਿਰਾਵੇ ਦਾ ਸੰਬੰਧ ਸਿਰਫ ਸਰੀਰ ਦੇ ਨਾਲ ਹੈ ਤੇ ਪਰਮਾਤਮਾ ਦੇ ਗੁਣਾਂ ਨੂੰ ਸਮਝਣ ਦੇ ਲਈ ਮੈਨੂੰ ਆਤਮਿਕ ਤਲ ਤੇ ਗੁਰੂ ਨਾਲ ਜੁੜਨਾ ਪਏਗਾ, ਮੈਨੂੰ ਸੁਰਤ ਦਾ ਪੈਂਡਾ ਤੈਅ ਕਰਨਾ ਪਏਗਾ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਿਹੜਾ ਭਗਤ ਹੈ ਉਹਦਾ ਜੀਵਨ ਕੀ ਹੈ। ਸਭ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਇਹ ਹੈ ਭਗਤ ਦਾ ਜੀਵਨ। ਤੇ ਸਤਿਗੁਰ ਕਹਿੰਦੇ ਨੇ ਉਹਨਾਂ ਭਗਤਾਂ ਦੇ ਜੀਵਨ ਅੰਦਰ ਸਦਾ ਵਿਗਾਸ ਹੈ, ਸਦਾ ਹੀ ਖੇੜਾ ਹੈ। ਉਹਨਾਂ ਨੇ ਪ੍ਰਮਾਤਮਾ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ ਉਹਨਾਂ ਦੇ ਅੰਦਰੋਂ ਜਿਹੜੇ ਪਾਪ ਤੇ ਦੁੱਖ ਸਨ ਉਹਨਾਂ ਦਾ ਨਾਸ਼ ਹੋ ਗਿਆ। ਉਹਨਾਂ ਦੀ ਬਿਰਤੀ, ਉਹਨਾਂ ਦੀ ਸੁਰਤ ਤਬਦੀਲ ਹੋ ਗਈ, ਚੇਂਜ ਹੋ ਗਈ, ਬਦਲ ਗਈ। ਆਓ ਬਾਣੀ ਵਿੱਚੋਂ ਆਪਾਂ ਇਹਨਾਂ ਬਚਨਾਂ ਨੂੰ ਨਾਲ ਨਾਲ ਸਮਝਦੇ ਜਾਵਾਂਗੇ। 4 ਪੌੜੀਆਂ ਵਿੱਚੋਂ ਦੂਜੀ ਪੌੜੀ ਵਿੱਚ ਅੱਜ ਸਤਿਗੁਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਸੁਣਿਐ ਈਸ਼ਰ ਬਰਮਾ ਇੰਦ। ਜਦੋਂ ਤੂੰ ਪ੍ਰਮਾਤਮਾ ਦਾ ਨਾਮ ਸੁਣੇਗਾ, ਜੇ ਅਸੀਂ ਇਹਦੇ ਸਿਰਫ ਆਖਰੀ ਅਰਥ ਵੱਲ ਧਿਆਨ ਦਈਏ ਤੇ ਗੁਰੂ ਅਮਰਦਾਸ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਤੁਰ ਅੰਤਰ ਤੋਂ ਸੁਣੇਗਾ, ਭਾਵ ਜਦੋਂ ਸੁਣਿਆ ਹੋਇਆ ਤੇਰੇ ਜੀਵਨ ਦਾ ਆਧਾਰ ਬਣ ਜਾਏਗਾ। ਕਿਉਂਕਿ ਗੁਰਮੁਖੋ ਸੁਣਨਾ ਵੀ ਆਪਣੇ ਆਪਣੇ ਤਲ ਤੇ ਹੈ। ਇੱਕ ਸੁਣਨਾ ਤੇ ਹੈ ਨਾ ਵੀ ਅਸੀਂ ਆਏ, ਥੋੜੀ ਦੇਰ ਗੁਰੂ ਦੇ ਚਰਨਾਂ ਵਿੱਚ ਬੈਠੇ, ਇਧਰੋਂ ਸੁਣਿਆ ਤੇ ਇਸ ਕੰਨ ਤੋਂ ਬਾਹਰ ਕੱਢ ਦਿੱਤਾ, ਉਹ ਅੰਦਰ ਨਹੀਂ ਗਿਆ, ਸੁਣਿਆ ਜ਼ਰੂਰ। ਕੱਲ ਆਪਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ, ਜਿੱਥੇ ਸਤਿਗੁਰ ਨੇ ਸਰੋਤੇ ਦਾ ਜ਼ਿਕਰ ਕੀਤਾ ਸੀ ਵੀ 5 ਪ੍ਰਕਾਰ ਦੇ ਸਰੋਤੇ ਨੇ, ਤੇ ਉਹਨਾਂ 5 ਪ੍ਰਕਾਰ ਦੇ ਸਰੋਤੇ ਵਿੱਚੋਂ ਜਿਹੜਾ 5ਵੀਂ ਪ੍ਰਕਾਰ ਦਾ ਸਰੋਤਾ ਹੈ, ਜਿਹਨੇ ਗੁਣ ਸੁਣਿਆ ਵੀ, ਬਾਣੀ ਸੁਣੀ ਵੀ ਤੇ ਬਾਣੀ ਸੁਣ ਕੇ ਆਪਣੇ ਅੰਦਰ ਉਹਨੂੰ ਚੀਨਿਆ ਵੀ। ਚੀਨਣ ਦਾ ਮਤਲਬ ਹੈ ਸਮਝਣਾ, ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ। ਜਿਨੇ ਇੱਕ ਗੁਰੂ ਦੇ ਉਪਦੇਸ਼ ਵਿੱਚ ਆਪਣੀ ਸੁਰਤ ਜੋੜ ਲਈ, ਬ੍ਰਹਮ ਨੂੰ ਚੀਨ ਲਿਆ, ਬ੍ਰਹਮ ਨੂੰ ਜਾਣ ਲਿਆ ਕਿ ਬ੍ਰਹਮ ਪਰਮਾਤਮਾ ਕੀ ਹੈ। ਬਸ ਆਹ ਹੈ ਗੁਰਮੁਖੋ ਸੁਣਨ ਦੀ ਫਿਲਾਸਫੀ, ਸੁਣਨ ਦੀ ਵਿਚਾਰ, ਕਿ ਸੁਣਿਆ ਹੋਇਆ ਤੁਰ ਅੰਤਰ ਪਹੁੰਚ ਜਾਏ ਤੇ ਸੁਣੇ ਹੋਏ ਨੂੰ ਬੰਦਾ ਆਪਣੇ ਜੀਵਨ ਦਾ ਅੰਗ ਬਣਾ ਲੇ। ਮੈਂ ਫਿਰ ਬੇਨਤੀ ਕਰਦਿਆਂ ਜਿੱਥੇ ਆਪਾਂ ਵਿਚਾਰ ਕਰ ਰਹੇ ਸਭ, ਸੁਣਨਾ ਵੀ ਕਈ ਤਰ੍ਹਾਂ ਦਾ ਹੈ। ਰਾਜਾ ਵਿਕਰਮਾਦਿੱਤਿਆ ਦੇ ਦਰਬਾਰ ਦੇ ਵਿੱਚ ਇੱਕ ਮੂਰਤੀ ਘਾੜਾ ਮੂਰਤੀ ਲੈ ਕੇ ਆਇਆ। ਉਹਨੇ 3 ਮੂਰਤੀਆਂ ਬਣਾਈਆਂ ਤੇ ਰਾਜਾ ਵਿਕਰਮਾਦਿੱਤਿਆ ਦੇ ਸਾਹਮਣੇ 3 ਮੂਰਤੀਆਂ ਰੱਖ ਦਿੱਤੀਆਂ, ਇੱਕੋ ਵਰਗੀਆਂ ਮੂਰਤੀਆਂ ਨੇ ਬਾਹਰੋਂ ਵੇਖਣ ਵਿੱਚ। ਤੇ ਰਾਜਾ ਵਿਕਰਮਾਦਿੱਤਿਆ ਨੂੰ ਉਹ ਮੂਰਤੀ ਘਾੜਾ ਕਹਿੰਦਾ ਵੀ ਇਹਨਾਂ 3 ਮੂਰਤੀਆਂ ਦੀ ਕੀਮਤ ਪਾਓ। ਮੈਂ ਚਾਹਨਾ ਵੀ ਤੁਸੀਂ ਇਹਨਾਂ ਦੀ ਕੀਮਤ ਵੱਖ-ਵੱਖ ਪਾਓ, ਇਹਨਾਂ ਦੀ ਕੀਮਤ ਇਹਨਾਂ ਨੂੰ ਵੇਖ ਕੇ।
ਹੁਣ ਭਰੇ ਦਰਬਾਰ ਵਿੱਚ ਸਾਰੇ ਲੋਕ ਉਹਨਾਂ ਮੂਰਤੀਆਂ ਨੂੰ ਦੇਖਦੇ ਨੇ ਵੀ ਇਹ ਮੂਰਤੀਆਂ ਤੇ ਇੱਕੋ ਵਰਗੀਆਂ ਨੇ, ਇਹਨਾਂ ਦੀ ਵੱਖ-ਵੱਖ ਤਰ੍ਹਾਂ ਦੀ ਕੀਮਤ ਕਿਵੇਂ ਪਏਗੀ। ਇਹਨਾਂ ਦੇ ਵਿੱਚ ਤੇ ਰੱਤਾ ਭਰ ਵੀ ਬਾਹਰੋਂ ਤਬਦੀਲੀ ਨਹੀਂ, ਚੇਂਜ ਨਹੀਂ। ਇੱਕ ਮੂਰਤੀ ਦੂਜੇ ਮੂਰਤੀ ਨਾਲ, ਦੂਜੀ ਮੂਰਤੀ ਤੀਜੀ ਮੂਰਤੀ ਨਾਲ ਬਿਲਕੁਲ ਇਨ ਬਿਨ, ਇੱਕ ਨਿਮਕ ਮਾਤਰ ਦਾ ਵੀ ਇਹਨਾਂ ਦੇ ਵਿੱਚ ਅੰਤਰ ਨਹੀਂ। ਭਰੇ ਦਰਬਾਰ ਦੇ ਵਿੱਚ ਉਹਨਾਂ ਮੂਰਤੀਆਂ ਨੂੰ ਵੇਖਣ ਵਾਲੇ ਆਏ, ਉਹਨਾਂ ਮੂਰਤੀਆਂ ਨੂੰ ਵੇਖਿਆ ਵੀ, ਪਰ ਵੇਖਣ ਤੋਂ ਬਾਅਦ ਇੱਕੋ ਹੀ ਗੱਲ ਕਹਿੰਦੇ ਗਏ ਵੀ ਇਹਨਾਂ ਦਾ ਵੱਖੋ ਵੱਖਰਾ ਮੁੱਲ ਕਿਵੇਂ ਪਏਗਾ, ਕਿਉਂਕਿ ਇਹ ਤੇ ਇੱਕੋ ਵਰਗੀਆਂ ਨੇ ਸਾਰੀਆਂ। ਰਾਜਾ ਵਿਕਰਮਾਦਿੱਤਿਆ ਦੇ ਦਰਬਾਰ ਵਿੱਚ ਕਾਲੀਦਾਸ ਇਹ ਬੜਾ ਵੱਡਾ ਸੰਤ ਵੀ ਸੀ। ਇਹਦਾ ਜ਼ਿਕਰ ਜਦੋਂ ਅਸੀਂ ਹਿਸਟਰੀ ਪੜ੍ਹਨੇ, ਇਤਿਹਾਸ ਪੜ੍ਹਨੇ ਆ, ਤੇ ਬਹੁਤ ਵੱਡੀ ਕਲਾ ਦਾ ਮਾਹਿਰ ਵੀ ਸੀ, ਜਿਹੜੀ ਸੰਸਾਰ ਵਿੱਚ ਕਾਵਿ ਦੀ ਕਲਾ ਹੈ। ਜਦੋਂ ਕਾਲੀਦਾਸ ਆਇਆ, ਇਹਨੇ ਕਿਹਾ ਰਾਜਨ, ਮੈਂ ਇਹਨਾਂ ਮੂਰਤੀਆਂ ਨੂੰ ਥੋੜੀ ਤਬਦੀਸ਼ ਨਾਲ ਵੇਖਣਾ ਚਾਹਨਾ, ਤਾਂ ਕਿ ਮੈਂ ਇਹਨਾਂ ਦੇ ਬਾਰੇ ਤੁਹਾਡੇ ਸਾਹਮਣੇ ਪੱਖ ਰੱਖ ਸਕਾਂ ਵੀ ਇਹਨਾਂ ਦਾ ਵੱਖ-ਵੱਖ ਮੁੱਲ ਪਾਉਣ ਦੀ ਗੱਲ ਇਸ ਮੂਰਤੀ ਘਾੜੇ ਨੇ ਕਿਉਂ ਕੀਤੀ ਹੈ। ਉਹ ਕਹਿਣ ਲੱਗਾ ਵੀ ਤੁਸੀਂ ਬੜੇ ਤਬਦੀਸ਼ ਨਾਲ ਵੇਖ ਸਕਦੇ ਹੋ। ਕਾਲੀਦਾਸ ਨੇ ਉਹਨਾਂ ਮੂਰਤੀਆਂ ਨੂੰ ਬੜੇ ਧਿਆਨ ਨਾਲ ਵੇਖਿਆ ਵੀ ਮੂਰਤੀਆਂ ਇੱਕੋ ਵਰਗੀਆਂ ਨੇ। ਫਿਰ ਉਹਨੇ ਇੱਕ ਤੀਲਾ ਲਿਆ, ਇੱਕ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਪਾਇਆ, ਉਹ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ, ਦੂਜੇ ਕੰਨ ਦੇ ਵਿੱਚੋਂ ਬਾਹਰ ਨਿਕਲ ਆਇਆ। ਇਹ ਸਮਝ ਗਿਆ ਵੀ ਇੱਥੇ ਜਿਹੜੀ ਮੂਰਤੀਕਾਰ ਨੇ ਕਲਾ ਘੜੀਏ ਬੜੀ ਡੂੰਗੀ ਰਮਜ ਰੱਖੀ ਇਹਨਾਂ ਦੇ ਅੰਦਰ। ਉਹਨੇ ਦੂਜੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ, ਉਹ ਕੰਨ ਵਿੱਚ ਪਾਇਆ ਤੀਲਾ ਮੂੰਹ ਵਿੱਚੋਂ ਬਾਹਰ ਨਿਕਲ ਆਇਆ। ਉਹਨੇ ਜਦੋਂ ਤੀਜੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ, ਉਹ ਅੰਦਰ ਹੀ ਖੱਪ ਗਿਆ, ਅੰਦਰ ਹੀ ਚਲਾ ਗਿਆ, ਉਹ ਬਾਹਰ ਨਿਕਲਿਆ ਹੀ ਨਹੀਂ। ਇਹਨੇ ਰਾਜੇ ਨੂੰ ਆਖਿਆ, ਰਾਜਨ, ਆਹ ਜਿਹੜੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ ਤੇ ਦੂਜੇ ਕੰਨ ਵਿੱਚੋਂ ਬਾਹਰ ਨਿਕਲਿਆ, ਇਹਦਾ ਇੱਕ ਕੌਡੀ ਮੁੱਲ ਵੀ ਨਹੀਂ। ਇਹ ਮੂਰਤੀ ਦਾ ਇੱਕ ਕੌਡੀ ਮੁੱਲ ਵੀ ਨਹੀਂ ਪੈ ਸਕਦਾ। ਤੇ ਨਾਲ ਬਚਨ ਕਿਹਾ, ਰਾਜਨਾ, ਜਿਹੜੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ ਤੇ ਮੂੰਹ ਵਿੱਚੋਂ ਨਿਕਲ ਆਇਆ, ਇਹਦੀ ਕੁਝ ਕੀਮਤ ਦਿੱਤੀ ਜਾ ਸਕਦੀ ਹੈ, ਪਰ ਕੁਝ ਕੀਮਤ। ਤੇ ਨਾਲ ਕਿਹਾ, ਕਹਿਣ ਲੱਗਿਆ, ਜਿਹੜੀ ਤੀਜੀ ਮੂਰਤ ਹੈ ਨਾ, ਜਿੰਦੀ ਕੰਨ ਵਿੱਚ ਤੀਲਾ ਪਾਇਆ ਤੇ ਅੰਦਰ ਚਲਾ ਗਿਆ, ਇਹਦੀ ਕੀਮਤ ਰਾਜਨ ਦਿੱਤੀ ਨਹੀਂ ਜਾ ਸਕਦੀ, ਇਹ ਬੜੀ ਵੱਡਮੁੱਲੀ ਹੈ। ਹੁਣ ਰਾਜੇ ਨੇ ਜਦੋਂ ਧਿਆਨ ਨਾਲ ਪੁੱਛਿਆ ਵੀ ਮੈਨੂੰ ਦੱਸੋ ਵੀ ਤੁਹਾਨੂੰ ਰਮਜ ਕਿਹੜੀ ਇਹਨਾਂ ਵਿੱਚੋਂ ਸਮਝ ਆਈ ਹੈ, ਉਹ ਕਹਿਣ ਲੱਗੇ, ਅਸਲ ਵਿੱਚ ਇਸ ਮੂਰਤੀ ਘਾੜੇ ਨੇ ਦੱਸਣਾ ਚਾਹਿਆ ਵੀ ਸਰੋਤਾ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇੱਕ ਸਰੋਤਾ ਉਹ ਜਿਹੜਾ ਕੰਨ ਵਿੱਚੋਂ ਇਧਰੋਂ ਸੁਣਦਾ ਤੇ ਇਧਰੋਂ ਬਾਹਰ ਕੱਢ ਦਿੰਦਾ ਹੈ। ਉਹ ਸ਼ਬਦ ਨੂੰ ਸੁਣੇ ਤਾਂ ਉਹਦੇ ਜੀਵਨ ਵਿੱਚ ਕੋਈ ਅਸਰ ਨਹੀਂ। ਸਾਧ ਸੰਗਤ, ਆਪ ਗੁਰੂ ਦੀ ਗੋਦ ਵਿੱਚ ਬੈਠੇ ਬਾਣੀ ਸੁਣ ਰਹੇ ਹੋ, ਪੜ੍ਹ ਰਹੇ ਹੋ, ਨਾਲ ਨਾਲ ਆਪਣੇ ਅੰਦਰ ਧਿਆਨ ਮਾਰਨਾ ਵੀ ਆ ਸਾਡੀ ਇਹਨਾਂ ਤਿੰਨਾਂ ਦੇ ਵਿੱਚੋਂ ਸਰੋਤ ਕਿਹੜੀ। ਕਿਤੇ ਐਸਾ ਤਾਂ ਨਹੀਂ ਇਸ ਕੰਨ ਤੋਂ ਸੁਣਿਆ ਤੇ ਇਸ ਕੰਨ ਤੋਂ ਬਾਹਰ ਕੱਢ ਦਿੱਤਾ। ਮੈਂ ਬੜਾ ਹੈਰਾਨ ਹੁਣਾ ਸਾਧ ਸੰਗਤ ਜੀ, ਔਰ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਵੀ ਸੱਚ ਇਹ ਹੈ, ਅਸੀਂ ਘੰਟਿਆਂ ਬੱਧੀ ਗੁਰਬਾਣੀ ਦੇ ਕੀਰਤਨ ਦੀਵਾਨ ਸੁਣਦੇ ਹਾਂ, ਔਰ ਸੱਚ ਇਹ ਹੈ ਵੀ ਸ਼ਬਦ ਦੀਆਂ ਧੁਨਾਂ ਨੂੰ ਸੁਣ ਕੇ ਅਸੀਂ ਬਹੁਤ ਉੱਚੀ ਉੱਚੀ ਜੈਕਾਰੇ ਵੀ ਬੁਲਾ ਦਿੰਦੇ ਹਾਂ, ਪਰ ਜਦੋਂ ਸਾਨੂੰ ਕੋਈ ਬਾਹਰ ਗੁਰਦੁਆਰੇ ਤੋਂ ਬਾਹਰ ਜਾ ਕੇ ਸਾਨੂੰ ਕੋਈ ਪੁੱਛੇ ਵੀ ਭਾਈ ਸਾਹਿਬ ਅੱਜ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਰਾਗੀ ਸਿੰਘਾਂ ਨੇ ਜਿਹੜੇ ਸ਼ਬਦ ਪੜ੍ਹੇ ਨੇ ਉਹਨਾਂ ਵਿੱਚੋਂ ਕੋਈ ਇੱਕ ਸ਼ਬਦ ਉਹ ਸੁਣਾ ਦਿਓ, ਤੇ ਅਸੀਂ ਕਹਾਂਗੇ ਭਾਈ ਉਹ ਸ਼ਬਦ ਸਾਨੂੰ ਨਹੀਂ ਆਉਂਦਾ। ਕਿਉਂਕਿ ਅਸੀਂ ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ। ਹੁਣ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ, ਹੁਣ ਉਹ ਰਾਜਾ ਵਿਕਰਮਾਦਿੱਤਿਆ ਕਹਿਣ ਲੱਗੇ, ਇਹਦਾ ਤੇ ਤੂੰ ਕਿਹਾ ਕੌਡੀ ਮੁੱਲ ਨਹੀਂ, ਪਰ ਇਹਦਾ ਮੁੱਲ ਕਿਉਂ ਪਾਇਆ ਥੋੜਾ। ਕਹਿਣ ਲੱਗੇ ਇਹਦਾ ਮੁੱਲ ਦਿੱਤਾ ਜਾ ਸਕਦਾ ਪਰ ਬਹੁਤ ਥੋੜਾ ਕਿਉਂ। ਕਹਿੰਦਾ ਇਹ ਕਾਰਨ ਇਹ ਹੈ ਵੀ ਇਸ ਮੂਰਤੀ ਦੇ ਅੰਦਰ ਇਹ ਸਰੋਤੇ ਦੇ ਸੁਣਿਆ ਜ਼ਰੂਰ ਹੈ, ਪਰ ਸੁਣੇ ਨੂੰ ਕੁਝ ਸਮੇਂ ਆਪਣੇ ਅੰਦਰ ਰੱਖਿਆ, ਫਿਰ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਬਾਹਰ ਕੱਢ ਦਿੱਤਾ। ਇਹਨੇ ਸੁਣਿਆ ਜ਼ਰੂਰ ਹੈ, ਪਰ ਸੁਣ ਕੇ ਇਹਨੇ ਆਪਣੀ ਜ਼ੁਬਾਨ ਤੋਂ ਬੋਲ ਕੇ ਬਾਹਰ ਕੱਢ ਦਿੱਤਾ। ਇਹਨੇ ਆਪਣੇ ਅੰਦਰ ਇਹਨੇ ਵੀ ਨਹੀਂ ਰੱਖਿਆ। ਪਰ ਕਹਿਣ ਲੱਗਿਆ ਜਿਹੜਾ ਤੀਜਾ ਤਰ੍ਹਾਂ ਦਾ ਸਰੋਤਾ ਹੈ, ਇਹਨੇ ਸੁਣਿਆ ਤੇ ਜੋ ਸੁਣਿਆ ਨੂੰ ਆਪਣੇ ਤੁਰੰਤਰ ਹਿਰਦੇ ਵਿੱਚ ਟਿਕਾ ਲਿਆ। ਬਸ ਆਹ ਸੁਣਨ ਵਾਲਿਆਂ ਦੀ ਗੱਲ ਹੈ ਅੰਮ੍ਰਿਤ ਬਾਣੀ ਦੇ ਵਿੱਚ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੁਣ ਲੈਂਦੇ ਨੇ ਨਾ ਈਸ਼ਰ,
ईश्वर इत्थे एक वचन शब्द है, ईश्वर ब्रह्मा ते इंद्र। ध्यान देना, हिंदू धर्म दे तीनों ही पूजनीक देवता ने, या इंज कह लो भी हिंदू धर्म दे अंदर ईश्वर भाव शिव जी, ब्रह्मा जी ते इंद्र नूं ਉਹ ਭਗਵਾਨ ਦੀ ਉਪਾਧੀ ਦੇ ਕੇ, ਰੱਬ ਦੀ ਉਪਾਧੀ ਦੇ ਕੇ ਇਹਨਾਂ ਦੀ ਪੂਜਾ ਕਰਦੇ ਨੇ। ਹੁਣ ਜੇ ਤੁਸੀਂ ਸਿਰਫ ਸ਼ਬਦੀ ਅਰਥ ਸਮਝੋਗੇ ਤੇ ਸਤਿਗੁਰ ਪਾਤਸ਼ਾਹ ਜੀ ਮੰਨ ਲਓ ਇਹ ਕਹਿ ਰਹੇ ਨੇ ਵੀ ਸੁਣ ਤੂੰ ਈਸ਼ਰ ਬ੍ਰਹਮਾ ਤੇ ਇੰਦਰ ਦੀ ਪਦਵੀ ਤੇ ਪਹੁੰਚ ਜਾਏਗਾ, ਨਹੀਂ। ਕਿਉਂਕਿ ਸਤਿਗੁਰ ਸਾਨੂੰ ਇਹਨਾਂ ਵਰਗਾ, ਕਿਉਂਕਿ ਬਾਣੀ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ, ਗੁਰੂ ਰਾਮਦਾਸ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ विच होमै कार कमाए। पातशाह कहते ने जे इन्हां दी पदवी ते पहुंच भी जाएगा ते भगत नामदेव जी कहते ने शिव शिव करते जो नर ध्यावे, बरद चढ़े डमरू टमकावे। फिर होएगा कि ज्यादा तो ज्यादा बलद दे बह के ते डमरू ही खड़काएगा, और ते कुछ नहीं कर सकता। कि सतगुरु जी सानू ये बनाना चाहते ने? नहीं। ਜਦੋਂ ਅਸੀਂ ਬ੍ਰਹਮਾ ਜੀ ਦਾ ਜੀਵਨ ਪੜ੍ਹਦੇ ਹਾਂ ਵੀ ਆਪਣੀ ਧੀ ਸਰਸਵਤੀ ਦੇ ਉੱਪਰ ਉਹਦਾ ਮਨ ਡੋਲ ਜਾਂਦਾ ਹੈ ਕਿ ਸਤਿਗੁਰੂ ਜੀ ਸਾਨੂੰ ਕਰੈਕਟਰਲੈਸ ਬਣਾਉਣਾ ਚਾਹੁੰਦੇ ਨੇ। ਜਾਂ ਫਿਰ ਜਦੋਂ ਅਸੀਂ ਇੰਦਰ ਦੀ ਗੱਲ ਕਰਨੇ ਆ ਜਿਨੇ ਅਹਿਲਿਆ ਤੇ ਆਪਣਾ ਮਨ ਮੈਲਾ ਕੀਤਾ ਕਿ ਸਤਿਗੁਰੂ ਸਾਨੂੰ ਉਹਨਾਂ ਵਰਗਾ ਬਣਾਉਣਾ ਚਾਹੁੰਦੇ ਨੇ। ਅਸਲ ਵਿੱਚ ਪਾਤਸ਼ਾਹ ਕਹਿੰਦੇ ਨੇ ਇਹ ਜਿੰਨੇ ਨੇ ਇੱਕ ਧਰਮ ਦੇ ਅੰਦਰ ਇਹ ਪੂਜਨੀਕ ਨੇ। ਧਰਮ ਦੇ ਅੰਦਰ ਇਹਨਾਂ ਲੋਕਾਂ ਨੂੰ, ਇੱਕ ਧਰਮ ਨੂੰ ਮੰਨਣ ਵਾਲੇ ਇਹਨਾਂ ਨੂੰ ਪੂਜਨੀਕ ਮੰਨਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਸੁਣੇਗਾ ਨਾ, ਸੱਚ ਇਹ ਹੈ, ਪਾਤਸ਼ਾਹ ਕਹਿੰਦੇ ਨੇ ਈਸ਼ਰ ਭਾਵ ਸ਼ਿਵ ਜੀ, ਬ੍ਰਹਮਾ ਤੇ ਇੰਦਰ, ਇਹਨਾਂ ਨੂੰ ਜਿਹੜੇ ਲੋਕ ਪੂਜਦੇ ਨੇ, ਜਿਹੜਾ ਸਤਿਕਾਰ ਦਿੰਦੇ ਨੇ, ਜਿਸ ਪਦਵੀ ਤੇ ਜਿਸ ਥਾਂ ਤੇ ਰੱਖਦੇ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚ ਵਿੱਚ ਗੁਰੂ ਬਾਣੀ ਦੇ ਅੰਦਰ ਈਸ਼ਰ ਪ੍ਰਮਾਤਮਾ ਲਈ ਵੀ ਆਇਆ ਹੈ। ਗੁਰਬਾਣੀ ਦੇ ਅੰਦਰ ਬ੍ਰਹਮਾ ਜਿਹੜਾ ਪਰਮਾਤਮਾ ਲਈ ਸ਼ਬਦ ਵਰਤਿਆ ਹੈ, ਔਰ ਸਤਿਗੁਰ ਨੇ ਬਾਣੀ ਦੇ ਅੰਦਰ ਇੰਦਰ ਸ਼ਬਦ ਪਰਮਾਤਮਾ ਦੇ ਲਖਾਇਕ ਰੂਪ ਵਿੱਚ ਵੀ ਵਰਤਿਆ ਹੈ, ਔਰ ਬਦਲਾਂ ਨੂੰ ਵੀ ਸਤਿਗੁਰ ਨੇ ਇੰਦਰ ਕਿਹਾ ਹੈ। ਪਾਤਸ਼ਾਹ ਜੀ ਨੇ ਬਦਲਾਂ ਨੂੰ ਵੀ ਬਾਣੀ ਦੇ ਵਿੱਚ ਇੰਦਰ ਆਖਿਆ। ਹੁਣ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਅੰਮ੍ਰਿਤ ਗੁਣਾਂ ਨੂੰ, ਬਚਨਾਂ ਨੂੰ ਸੁਣ ਕੇ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਤੈਨੂੰ ਇਹਨਾਂ ਦੇ ਭੇਦ ਸਮਝ ਆ ਜਾਣਗੇ ਵੀ ਇਹਨਾਂ ਦਾ ਜੀਵਨ ਕੀ ਸੀ, ਤੇ ਦੂਜਾ ਤੈਨੂੰ ਇਹ ਸਮਝ ਆ ਜਾਏਗੀ ਵੀ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ ਉਹ ਅਸਲ ਵਿੱਚ ਗੁਰਬਾਣੀ ਦੇ ਮੁਤਾਬਕ ਈਸ਼ਰ ਭਾਵ शिव जी कौन ने, ब्रह्मा कौन ने, इंद्र कौन है। सतगुरु कहते ने तू सच विच परमात्मा दे चरनां दे विच अभेद हो जाएगा, ऐसा अभेद हो जाएगा। सतगुरु कहते ने जिवें ब्रह्मा ईश्वर भाव शिव जी ते इंद्र दी लोग धर्म दी दुनिया विच एक धर्म मजहब नूं मनण वाले उन्हां दी पूजा करदे ने, उन्हां नूं अपना इष्ट मनदे ने। सतगुरु कहते ने तू करते परमात्मा दे चरनां दे अंदर इस तरह प्रवान हो जाएगा, जिन्हों बाबा कबीर साहब कहते ने हर जन ऐसा चाहिए जैसा हर ही होए। परमात्मा दा भगत ऐसा चाहिए जैसा परमात्मा आप है। फिर बादशाह कहते ने सुने मुख सलाहन मंद, मुख दे खखे नूं सियारी, मुख तो सलाहन दा भाव हुंदा सलाहना, मंद दा भावे मंद एक वचन बोले, मंदा बोलण वाला। कोई इंसान बहुत माड़ा बोलता होवे अपनी जुबान तो, बहुत माड़ा हर वक्त माड़ा बोलता होवे, ते सतगुर कहते ने जे मेरे मालक जी तुहाडे अमृत उपदेश नूं तुर अंदरों सुन ले, माड़े बोलन वाले रसना तो फिक्का बोलन वालियां दे अंदर ये तब्दीली आ जाती है कि मेरे सतगुर जी अपने मुख तो परमात्मा की वडियाई करनी शुरू कर देंदे ने। उन्हां दे मुख तो परमात्मा की सिफत सलाह निकलनी शुरू हो जाती, और रब की सिफत सलाह विच जुड़ जाते ने जिहड़े अपनी रसना तो बंदा बोलते सन। ध्यान देना थोड़ा जिहा तुसीं इन्हां बचनां नूं समझो। धन गुरु नानक पातशाह जी जिस वेले सज्जन दे कोलों जांदे ने, ध्यान देना असीं सज्जन की गल करदे हां, सज्जन ठग अज भी बोलते हैं, पर मैं बेनती करदे हां यतन करिए सज्जन नूं सज्जन ठग ना आखिए। जदों गल करनी सज्जन, क्योंकि कोई शब्द सतगुर दा सुनिया सी उन्हें। साध संगत सानू ते सारी जिंदगी लंघ गई ये शब्द सुनदियां, साडा जीवन कित्थे खड़ा होया है, साडे अंदर किन्नी को तब्दीली आ गई।
कदी असी अपने स्वै की पड़चोल की है बह के? सज्जन ने कोई शब्द सुनिया सी, मैं बेनती करदिया धन गुरु नानक पातशाह जी के चरणों के विच ढह पिया सी भी सतगुर किरपा करके मैनू दसो। पातशाह जी ने कोई गल कही सी, सजना जिदन तेरा जन्म होया सी मापिया ने नाम सज्जन रखिया भी साडा पुत्र सज्जन बनेगा। घट तो घट अपने नाम की लाज रख लेंदा, अपने मापियां की शर्म कर लेंदा जिन्हां ने तेनू इन्ना सोहना नाम दिता। नाम सज्जन अखवा के ते कर्म इन्ने माड़े करने। धन गुरु नानक साहिब पातशाह जी ने आख्या अपने कर्म तब्दील कर, अपने आप नू बदल। लोकां नू मार के उन्हां दा धन रख के ते घर दे गुजारे नहीं चलदे सजना। जे मित्र ये बनाएगा ते ये मित्र तेरे नाल सदा नहीं रहणगे, धन सदा नहीं रहना तेरे नाल। मित्र बनाना है ते रब्बी गुणां नू अपना मित्र बना, धर्म धीरज दया संतोख नू अपना मित्र बना, ताकि वह सदा हर वक्त तेरे नाल खड़े हो। सज्जन सही नाल मैं चलदिया नाल चलन, जिथे लेखा मंगीए तिथे खड़े दिसन। धन गुरु नानक साहिब कहते ने सुने मुख सलाहन मंद, जेड़े मुख तो मंदा बोलते ने जिदन तुरंदरों सतगुरु के उपदेश नू सुनते ने। धन गुरु नानक साहिब कहते ने वह भी परमात्मा की सिफत सलाह दे विच जुड़ जाते हैं, वो भी परमात्मा दियां वडियाइयां विच जुड़ जाते। ताई साहिब कहते ने संच हर तन पूज सतगुर छोड़ सगल बेकार, जिन तो साज सवारिया हर सिमर होय उदार। उस मालक नू सिमर, उनके नाम धन नू पूंजी नू इकट्ठा कर, ताकि तेरे अंदर दे फिके बोल निकल जान। क्योंकि साहिब दी पावन बाणी दा बोले मीठे हर गुण गाओ, जिंदू तू मीठे हर गुण गाओ। क्योंकि साध संगत जेड़ा आप मिठे गुण गांदा है उनदे नाल जुड़ांगे जिंदा सुभाव ही मिठा बोलना है। क्योंकि साध संगत जिंदे नाल जुड़िया जाए उस चीज दा सुभाव, उस चीज दा असर जरूर होंदा है। कबीर संगत साध की दिन दिन दूना हेत, साकतकारी कांबरी तोए होए ना सेत। ताई बाबा कबीर साहब ने कहा कबीर जिवें पंछी वख वख डालियां ते बहिंदा है, पर जो जैसी संगत मिले सो तैसो फल खाए। जदों तू रब दे गुण गाण वालियां दी संगत करेगा ना, धन गुरु नानक साहिब कहंदे ने जेड़ी तेरी रसना फिक्का बोलदी है ये रसना भी मिठा बोलना शुरू कर देगी, ये भी परमात्मा दी सिफत सलाह दे विच जुड़ जाएगी। धन गुरु नानक साहिब कहंदे ने जेड़े सुनदे ने सुनन दा ये असर है भी मुख सलाहन मंद, रसना तो माड़ा बोलन वाले मंद बोलन वाले भी परमात्मा दी सिफत सलाह विच जुड़ जाते हैं। फिर पातशाह कहंदे ने सुने जोग जुगत धन भेद। जोग जुगत का मतलब इत्थे जोगियां दी जुगती नहीं है, ध्यान देना। जोग का मतलब है क्योंकि सतगुर ने जोगियां नूं ते नकारे है, उन्हां नूं ते एक जुगत दिती है। जुगत किहड़ी? जिहड़ी साहिब दे बाणी तुसीं रोज पढ़दे हो, मुंदा संतोख शर्मपत झोली ध्यान की करे विभूत खिंथा काल कुआरी काया जुगत डंडा प्रतीत। ये ते सतगुर ने जोगियां नूं जुगत दिती है। जोग ना खिंता जोग ना माड़ी जोग ना पसम चढ़ाई है। सतगुर कहंदे ने जोग जुगतियां इन्हां नाल नहीं मिलदियां। जोग दा मतलब हुंदा असल विच जुड़ना मिलना। साहिब कहंदे ने जे सुन लेगा परमात्मा दे गुणां नूं फिर उनदे नाल मिलन दी जुगती तेनू लभ जाएगी। तेनू तेरे तन दे भेद समझ विच आ जाणगे। तन दे नन्ने नी सियारी तन दे भेद, तन दियां गुझियां रमजां तेनू समझ विच आ जाणगियां। किहड़ियां गुझियां रमजां? साध संगत अजे असीं यही सोचने आ रब ने अखां सानू संसार वेखण लई दित्तियां ने, इन्हां नाल असीं संसार दे अंदर चंगा भी वेखने आ मंदा भी वेखने आ, माड़ा भी वेखने, पर माड़ा असीं ज़्यादा वेखने। ध्यान देना, इस रसना नाल परमात्मा ने सानू दिती, इहदे नाल असीं सिर्फ दुनिया दे ज्ञान दीयां गल्लां करदियां होइयां निंदा ते चुगली करदे हां। रब ने सानू स्रोत दिती, कंन दिते सुनन दे लई, पर इन्हां कन्नां नाल असीं माड़ा ही सुणदे हां। जिदन सतगुरु कहंदे ने तू गुरु दे उपदेश नूं सुन लएगा, आत्मक उपदेश नूं हिरदे विचों हिरदे दे तल तो सुन लेगा, सुरत करके सुन लेगा। पातशाह कहंदे ने उस दिन तेनू तेरे तन दे भेद समझ विच आ जाणगे। जिन्हों गुरु अमरदास कहंदे ने श्रवणु मेरे उस साचे सुनने नो पठाए। जिन्हों धन गुरु अमरदास कहंदे ने रसना
तू अनरस राच रही तेरी प्यास ना जाए। ये तन दे भेद ने, ध्यान देना, जिन्हों समझ आए। तां ही गुरु अर्जन साहब कहते ने नैनो नींद पर दृष्ट विकार। हर बंदे नूं ये गल नहीं समझ आती भी अखां पराई दृष्टि इन्हां विकारां दे विच खपियां पईयां ने। हर बंदा इस तल ते नहीं पहुंच सकदा। पातशाह कहते ने उही पहुंचेगा जिन्हें सतगुर दे अमृत उपदेश नूं सुने। नैनो नींद पर दृष्ट विकार, श्रवण सोए सुन निंद विचार। रसना सोई लोभ मिठे साध, मन सोया माया बिस्माद। इस ग्रह में कोई जागत रहे, साबत वस्त ओ अपनी लह। सतगुर कहते ने समझ आ जाएगी इस शरीर रूपी घर दे अंदर कोई एक जागदा होवे। जिवें घर दे विच कोई एक मैंबर जागदा होवे, कोई चोरी करन आए ते बंदे दी समझ आ जांदी भी घर विच कोई है। जागदा होया बंदा घर नूं बचा सकदा है, सुत्ता होया बंदा घर नहीं बचा सकदा। गुरु अमरदास पातशाह कहंदे ने तू जाग। गुरु नानक साहब जी कहंदे ने जदों कोई सुणदा है सतगुर तुहाडे अमृत उपदेश नूं, ਉਹਨੂੰ ਤੁਹਾਡੇ ਨਾਲ ਮਿਲਣ ਦੀਆਂ ਜੁਗਤੀਆਂ ਸਮਝ ਵਿੱਚ ਆ ਜਾਂਦੀਆਂ ਨੇ। ਉਹਦੇ ਧਨ ਦੇ ਭੇਦ ਉਹਨੂੰ ਸਮਝ ਵਿੱਚ ਆ ਜਾਂਦੇ ਨੇ ਕਿ ਪ੍ਰਮਾਤਮਾ ਨੇ ਸਾਨੂੰ ਇਹ ਗਿਆਨ ਇੰਦਰੇ ਕਰਮ ਇੰਦਰੇ ਕਿਉਂ ਦਿੱਤੇ ਨੇ। ਤੇ ਅੰਤ ਵਿੱਚ ਸਾਹਿਬ ਕਹਿੰਦੇ ਨੇ ਸੁਣਿਐ ਸਾਸਤ ਸਿਮਰਿਤ ਵੇਦ। ਧਿਆਨ ਦੇਣਾ, ਸਾਸਤ ਸ਼ਾਸਤਰਾਂ ਦੀ ਗੱਲ ਹੈ ਹਿੰਦੂ ਧਰਮ ਦੇ। ਸਿਮਰਿਤ ਸ਼ਬਦ ਪੜ੍ਹਨਾ, ਇਹਨੂੰ ਸਿਮਰਤ ਨਹੀਂ ਪੜ੍ਹਨਾ। ਜੇ ਸਿਮਰਤ ਪੜੋਗੇ ਸਾਧ ਸੰਗਤ ਤੇ ਜਿੱਥੇ ਵੀ ਸ਼ਬਦ ਆਏਗਾ ਇਹ ਅਸਲ ਵਿੱਚ ਜਿਹੜੇ ਹਿੰਦੀ ਦੇ ਤਤਸਮ ਸ਼ਬਦ ਨੇ ਜਦੋਂ ਪੰਜਾਬੀ ਦੇ ਵਿੱਚ ਆਉਂਦੇ ਨੇ ਉਹ ਇਨ ਬਿਨ ਉਸੇ ਤਰ੍ਹਾਂ ਬੋਲੇ ਜਾਂਦੇ ਨੇ। ਸਿਮਰਤੀਆਂ ਜਿਹੜੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, 4 ਵੇਦ ਨੇ, ਕੁਰਾਨ ਨੇ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਧਾਰਮਿਕ ਗ੍ਰੰਥ ਨੇ, ਸਿਮਰਤ ਸਿਮਰਤ ਦੋਨਾਂ ਦੇ ਵਿੱਚ ਫਰਕ। ਸਿਮਰਤ ਦਾ ਮਤਲਬ ਹੁੰਦਾ ਹੈ ਸਿਮਰਨਾ, ਚੇਤੇ ਕਰਨਾ, ਤੇ ਸਿਮਰਤ ਦਾ ਮਤਲਬ ਹੋ ਗਿਆ ਧਾਰਮਿਕ ਗ੍ਰੰਥ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਸੁਣੇਗਾ ਸਮਝ ਆ ਜਾਏਗੀ ਕਿ ਮੇਰੇ ਮਾਲਕ ਜੀ ਇਹ ਸ਼ਾਸਤਰ, ਇਹ ਸਿਮਰਤੀਆਂ, ਇਹ ਵੇਦ ਅਸਲ ਵਿੱਚ ਇਹਨਾਂ ਦੇ ਅੰਦਰ ਦਾ ਉਪਦੇਸ਼ ਕੀ ਹੈ, ਅਸਲ ਵਿੱਚ ਇਹਨਾਂ ਦੇ ਅੰਦਰ ਦਾ ਭਾਵ ਕੀ ਹੈ। ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ, ਧਰਮ ਦੇ ਪੁਜਾਰੀ ਨੇ ਇਨਸਾਨ ਨੂੰ ਧਰਮ ਦੇ ਗ੍ਰੰਥਾਂ ਨਾਲ ਜੁੜਨ ਨਹੀਂ ਦਿੱਤਾ। ਉਹਨੇ ਪੜ੍ਹਨ ਦੀ ਕਲਾ, ਪੜ੍ਹਾਉਣ ਦੀ ਕਲਾ ਸਿਰਫ ਆਪਣੇ ਕੋਲੋਂ ਸੀਮਿਤ ਕਰ ਲਈ ਵੀ ਧਰਮ ਦਾ ਗਿਆਨ ਬ੍ਰਾਹਮਣ ਹੀ ਦੇ ਸਕਦਾ, ਦੂਜਾ ਬੰਦਾ ਨਹੀਂ ਦੇ ਸਕਦਾ। ਔਰ ਧਰਮ ਕਿੰਨੇ ਪੜ੍ਹਨਾ ਇਹ ਵੀ ਬ੍ਰਾਹਮਣ ਹੀ ਨਿਯਤ ਕਰੇਗਾ ਵੀ ਪੜ੍ਹਨਾ ਕਿੰਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਸਾਹਿਬ ਨੇ ਆਖਿਆ ਵੀ ਨਹੀਂ, ਧਰਮ ਦੀ ਗੱਲ ਕੋਈ ਵੀ ਪੜ੍ਹ ਸਕਦਾ ਹੈ, ਕਿਸੇ ਧਰਮ ਕਿਸੇ ਮਜ਼ਹਬ ਦਾ ਬੰਦਾ ਵੀ ਪੜ੍ਹ ਸਕਦਾ ਹੈ। ਇਹੀ ਕਾਰਨ ਹੈ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਕਲਾਵਾ ਖੁੱਲਾ ਰੱਖਿਆ ਵੀ ਜੇ ਬਾਬਾ ਫਰੀਦ ਸਾਹਿਬ ਜੀ ਨੇ ਧਰਮ ਦੀ ਗੱਲ ਕੀਤੀ ਤੇ ਮੇਰੇ ਸਤਿਗੁਰ ਨੇ ਉਹਨਾਂ ਨੂੰ ਵੀ ਗਲਵਕੜੀ ਵਿੱਚ ਲੈ ਲਿਆ। ਜੇ ਬਾਬਾ ਕਬੀਰ ਜੀ ਨੇ ਧਰਮ ਦੀ ਗੱਲ ਕੀਤੀ ਮੇਰੇ ਸਤਿਗੁਰ ਨੇ ਉਹਨਾਂ ਨੂੰ ਵੀ ਗਲਵਕੜੀ ਵਿੱਚ ਲੈ ਲਿਆ। ਹੁਣ ਸਤਿਗੁਰ ਇਸੇ ਕਰਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਕਤੇਬਾਂ ਨੂੰ ਝੂਠੇ ਕਹਿਣ ਵਾਲੇ ਹੋ, ਕਦੀ ਇਹਨਾਂ ਦੇ ਅੰਦਰ ਦੀ ਵਿਚਾਰ ਨੂੰ ਪੜੋ। ਇਹਨਾਂ ਦੇ ਅੰਦਰ ਦੀ ਵਿਚਾਰ ਨੂੰ ਪੜੋਗੇ ਤੇ ਸਮਝ ਆਏਗੀ ਵੀ ਇਹਨਾਂ ਅੰਦਰ ਕੀ ਲਿਖਿਆ ਹੈ। ਸਿਰਫ ਜ਼ੁਬਾਨੀ ਜੰਗ ਲੜ ਰਿਹਾ ਬੰਦਾ ਸੰਸਾਰ ਵਿੱਚ ਧਰਮ ਦੇ ਨਾਮ ਤੇ, ਤੇਰਾ ਧਰਮ ਗ੍ਰੰਥ ਮਾੜਾ, ਤੇਰਾ ਧਰਮ ਗ੍ਰੰਥ ਮਾੜਾ, ਨਿੰਦ ਰਿਹਾ ਹਰ ਧਰਮ ਗ੍ਰੰਥ ਨੂੰ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਇਹਨਾਂ ਨੂੰ ਪੜ੍ਹ। ਤਾਂ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਸੁਣੇਗਾ ਸਮਝ ਆ ਜਾਏਗੀ ਵੀ ਸ਼ਾਸਤਰ, ਸਿਮਰਤੀਆਂ ਤੇ ਵੇਦ ਇਹਨਾਂ ਦੇ ਅੰਦਰ ਦੇ ਭਾਵ ਕੀ ਨੇ, ਇਹਨਾਂ ਦੇ ਅੰਦਰ ਦਾ ਗਿਆਨ ਕੀ ਹੈ। ਪਾਤਸ਼ਾਹ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸੇ। ਨਾਨਕ ਜੀ ਉਹਨਾਂ ਭਗਤਾਂ ਦੇ ਅੰਦਰ ਜਿਨ੍ਹਾਂ ਦੇ ਭਗਤਾਂ ਦਾ ਜੀਵਨ ਇਹੋ ਜਿਹਾ ਬਣ ਗਿਆ, ਉਹਨਾਂ ਭਗਤਾਂ ਦੇ ਅੰਦਰ ਸਦਾ ਖੇੜਾ ਹੈ, ਸਦਾ ਖੇੜਾ ਹੋਏ, ਸਦਾ ਆਨੰਦੇ। ਸੁਣਿਆ ਦੋਖ ਪਾਪ ਕਾ ਨਾਸ਼। ਉਹਨਾਂ ਗੁਰੂ ਦੇ ਉਪਦੇਸ਼ ਨੂੰ ਸੁਣਿਆ, ਉਹਨਾਂ ਦੇ ਪਾਪ ਤੇ ਦੁੱਖ ਦੂਰ ਹੋ ਗਏ, ਨਾਸ਼ ਹੋ ਗਏ। ਸਮਝ ਆ ਗਈ ਮੇਰੇ ਅੰਦਰ ਕੀ ਉਨਤਾਈ, ਮੇਰੇ ਅੰਦਰ ਕੀ ਕਮੀ ਹੈ, ਮੇਰੇ ਅੰਦਰ ਕੀ ਘਾਟ ਹੈ। ਜਦੋਂ ਘਾਟ ਦੀ ਸਮਝ ਆ ਗਈ ਫਿਰ ਬੰਦਾ ਉਸ ਘਾਟ ਨੂੰ ਪੂਰਾ ਕਰਨ ਵੱਲ ਚੱਲਦਾ ਹੈ। ਫਿਰ ਯਤਨ ਕਰਦਾ ਹੈ ਕਿ ਜਿਹੜੀ ਸੁਰਤੀ ਨਾਲ ਮੈਂ ਮਾੜਾ ਸੋਚ ਰਿਹਾ, ਇਹ ਤਨ ਭੇਦ ਨੇ। ਸੁਰਤ ਵਿੱਚ ਮਾੜਾ ਸੋਚਣਾ, ਸੁਰਤ ਰਾਹੀਂ ਮਾੜਾ ਵੇਖਣਾ, ਕਿਉਂਕਿ ਇਸ ਪਹਿਲਾਂ ਅੰਦਰ ਫੁਰਨਾ ਫੁਰਦਾ ਹੈ, ਅੱਖਾਂ ਤੇ ਬਾਅਦ ਵਿੱਚ ਵੇਖਦੀਆਂ ਨੇ।
ਪਹਿਲਾਂ ਅੰਦਰ ਫੁਰਨਾ ਫੁਰਦਾ ਹੈ, ਹੱਥ ਤੇ ਬਾਹਰ ਵਿੱਚ ਮਾੜਾ ਕਰਦੇ, ਪਹਿਲੋਂ ਅੰਦਰ ਫੁਰਨਾ ਫੁਰਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਆਪਣੇ ਫੁਰਨਿਆਂ ਦੇ ਉੱਪਰ ਗੁਰੂ ਦੇ ਉਪਦੇਸ਼ ਦਾ ਭਾਰ ਪਾ ਦੇ, ਗੁਰੂ ਦੇ ਉਪਦੇਸ਼ ਨੂੰ ਅੰਦਰ ਸੁਣ, ਤੇਰੇ ਫੁਰਨੇ ਸੱਚ ਨਾਲ ਜੁੜ ਜਾਣ, ਤੇਰੇ ਅੰਦਰ ਫੁਰਨੇ ਹੀ ਸੱਚ ਰੂਪੀ ਪੈਦਾ ਹੋਣ, ਕਰਤੇ ਪ੍ਰਮਾਤਮਾ ਦੀਆਂ ਗੱਲਾਂ ਤੇਰੇ ਅੰਦਰ ਪੈਦਾ ਹੋਣ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਾਂ ਤੇਰਾ ਸੁਣਿਆ ਹੋਇਆ ਪ੍ਰਵਾਨ ਹੈ। ਸਤਿਗੁਰ ਕਿਰਪਾ ਕਰਨ। ਇਹ 9ਵੀਂ ਪੌੜੀ ਸਾਧ ਸੰਗਤ ਜੀ। ਅਜੇ 2 ਪੌੜੀਆਂ ਹੋਰ ਇਸ ਤੋਂ ਅੱਗੇ ਨੇ। ਕੱਲ ਔਰ ਪਰਸੋਂ ਆਪਾਂ ਉਹਨਾਂ ਪਾਵਨ ਬਚਨਾਂ ਨੂੰ ਵੀ ਨਾਲ ਸਾਂਝਾ ਕਰਾਂਗੇ। ਔਰ ਇਹਨਾਂ 2 ਪੰਕਤੀਆਂ ਤੇ ਮੈਂ ਫਿਰ ਬੇਨਤੀ ਕਰਦੇ ਹਾਂ ਫੋਕਸ ਜ਼ਰੂਰ ਰੱਖਣਾ। ਨਾਨਕ ਭਗਤਾਂ ਸਦਾ ਵਿਕਾਸ, ਸੁਣੇ ਦੁੱਖ ਪਾਪ ਕਾ ਨਾਸ਼, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ।